ਨਮਸਕਾਰ ਸਟੂਡੈਂਟਸ ਸਾਰਿਆਂ ਨੂੰ। ਅੱਜ ਆਪਾਂ ਨਵਾਂ ਚੈਪਟਰ ਕਰਨ ਜਾ ਰਹੇ ਹਾਂ ਔਰ ਆਪਣੇ ਨਵੇਂ ਚੈਪਟਰ ਦਾ ਨਾਮ ਹੈ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਾਰਮ। ਸਟੂਡੈਂਟਸ ਯਾਦ ਰੱਖਣਾ ਹੈ, ਆਪਾਂ ਜਿਹੜਾ ਨਵਾਂ ਚੈਪਟਰ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ। ਇਸ ਨੂੰ ਅਸੀਂ ਕੀ ਕਹਿੰਦੇ ਆ? ਪੁਨਰਗਠਨ। ਇਸ ਨੂੰ ਕੀ ਕਹਿੰਦੇ ਆ? ਪੁਨਰਗਠਨ। ਕਿਹਦਾ ਪੁਨਰਗਠਨ? ਸਾਂਝੇਦਾਰੀ ਦਾ ਪੁਨਰਗਠਨ। ਹੁਣ ਸਾਂਝੇਦਾਰੀ ਦਾ ਪੁਨਰਗਠਨ ਕੀ ਹੁੰਦਾ ਹੈ? ਪਿਆਰੇ ਵਿਦਿਆਰਥੀਓ ਧਿਆਨ ਦਿਓ। ਜਦੋਂ ਸਾਡੀ ਇੱਕ ਫਰਮ ਚੱਲ ਰਹੀ ਹੈ, ਜਦੋਂ ਐਗਜ਼ਿਸਟਿੰਗ ਸਾਡੀ ਫਰਮ ਹੈ, ਅਸੀਂ ਕਹਿ ਲਈਏ ਜਦੋਂ ਇੱਕ ਫਰਮ ਚੱਲ ਰਹੀ ਹੈ ਪਿਆਰੇ ਵਿਦਿਆਰਥੀਓ, ਜੇਕਰ ਉਸ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ, ਕੀ ਕੀਤੀ ਜਾਂਦੀ ਹੈ? ਇਫ ਦੇਰ ਇਜ਼ ਐਨੀ ਚੇਂਜ ਇਨ ਐਗਜ਼ਿਸਟਿੰਗ ਫਰਮ, ਤਾਂ ਯਾਦ ਰੱਖਣਾ ਜਿਹੜਾ ਐਗਰੀਮੈਂਟ ਹੋਇਆ ਹੁੰਦਾ ਹੈ, ਕੀ ਹੋਇਆ ਹੁੰਦਾ ਹੈ? ਐਗਰੀਮੈਂਟ, ਸਮਝੌਤਾ, ਤਾਂ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦਾ ਹੈ। ਭਲੇ ਹੀ ਜਿਹੜੀ ਫਰਮ ਹੈ ਉਹ ਫਰਮ ਖਤਮ ਨਹੀਂ ਹੁੰਦੀ, ਫਰਮ ਖਤਮ ਨਹੀਂ ਹੁੰਦੀ, ਲੇਕਿਨ ਜਿਹੜਾ ਸਾਂਝੇਦਾਰਾਂ ਦੇ ਵਿੱਚ ਸਮਝੌਤਾ ਹੁੰਦਾ ਹੈ ਨਾ, ਇਹ ਬੜੀ ਵੱਡੀ ਗੱਲ ਹੈ, ਸਮਝਣ ਵਾਲੀ ਗੱਲ ਹੈ। ਜਿਹੜਾ ਸਾਂਝੇਦਾਰਾਂ ਦੇ ਵਿੱਚ ਸਮਝੌਤਾ ਹੁੰਦਾ ਹੈ ਨਾ ਪਿਆਰੇ ਵਿਦਿਆਰਥੀਓ, ਉਹ ਸਮਝੌਤਾ ਖਤਮ ਹੋ ਜਾਂਦਾ ਹੈ, ਉਹ ਸਮਝੌਤਾ ਖਤਮ ਹੋ ਜਾਂਦਾ ਹੈ। ਯਾਦ ਰੱਖਣਾ ਕਿ ਜਿਹੜੀ ਸਾਂਝੇਦਾਰੀ ਫਰਮ ਹੈ ਉਹਨੂੰ ਫਿਰ ਉਸ ਦਾ ਪੁਨਰਗਠਨ ਕੀਤਾ ਜਾਂਦਾ ਹੈ, ਉਸ ਦਾ ਫਿਰ ਪੁਨਰਗਠਨ ਕੀਤਾ ਜਾਂਦਾ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਪੁਨਰਗਠਨ ਕਰਨਾ। ਦੁਬਾਰਾ ਸੁਣੋ, ਜਦੋਂ ਕੋਈ ਪਾਰਟਨਰਸ਼ਿਪ ਚੱਲ ਰਹੀ ਹੈ, ਪਾਰਟਨਰਸ਼ਿਪ ਵਿੱਚ ਕਿਸੇ ਤਰ੍ਹਾਂ ਦੀ ਚੇਂਜ ਆ ਗਈ, ਮੈਂ ਹੁਣ ਤੁਹਾਨੂੰ ਐਗਜ਼ਾਮਪਲ ਕੋਡ ਕਰਨਾ। ਸਾਡੇ ਕੋਲ 3 ਪਾਰਟਨਰ ਨੇ ABC, ਉਹ ਪਹਿਲਾਂ ਬਰਾਬਰ ਵੰਡ ਰਹੇ ਨੇ, ਪ੍ਰੋਫਿਟ ਸ਼ੇਅਰਿੰਗ ਰੇਸ਼ੋ ਉਹਨਾਂ ਦੀ ਇਕੁਅਲ ਹੈ। ਇਕੁਅਲ ਦਾ ਮਤਲਬ 1:1:1। ਉਹ ਕਹਿੰਦੇ ਨੇ ਕਿ ਅਸੀਂ ਹੁਣ ਨਵੀਂ ਰੇਸ਼ੋ ਕਰਨੀ ਹੈ 2:1:2। ਦੇਖੋ ਫਰਮ ਨੇ ਉਵੇਂ ਚੱਲਦੇ ਰਹਿਣਾ ਹੈ। ਜਦੋਂ ਉਹਨਾਂ ਦਾ ਪਹਿਲਾ ਸਮਝੌਤਾ ਹੋਇਆ ਸੀ ਨਾ, ਤਿੰਨੋਂ ਪਾਰਟਨਰ ਦਾ, A, B ਤੇ C ਦਾ, ਉਹ ਸਮਝੌਤਾ ਸੀ ਕਿ ਅਸੀਂ ਪ੍ਰੋਫਿਟ ਨੂੰ ਬਰਾਬਰ ਬਰਾਬਰ ਵੰਡਾਂਗੇ। ਲੇਕਿਨ ਉਹਨਾਂ ਦਾ ਇਹ ਸਮਝੌਤਾ ਹੁਣ ਟੁੱਟ ਗਿਆ ਜੀ। ਜੇ ਇਹਨਾਂ ਦਾ ਇਹ ਸਮਝੌਤਾ ਟੁੱਟ ਗਿਆ ਤਾਂ ਉਹਨਾਂ ਨੇ ਇੱਕ ਨਵਾਂ ਐਗਰੀਮੈਂਟ ਕੀਤਾ। ਉਸ ਨਵੇਂ ਐਗਰੀਮੈਂਟ ਦੇ ਕਾਰਨ ਪਹਿਲਾ ਸਮਝੌਤਾ ਖਤਮ ਹੋ ਗਿਆ, ਲੇਕਿਨ ਫਰਮ ਚੱਲ ਰਹੀ ਹੈ। ਜੇ ਫਰਮ ਚੱਲ ਰਹੀ ਹੈ ਬੇਟਾ ਜੀ, ਤਾਂ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਇਸ ਨੂੰ ਅੱਗੇ ਕੰਟੀਨਿਊ ਕਰਨਾ ਹੈ। ਪਿਆਰੇ ਵਿਦਿਆਰਥੀਓ, ਇਸ ਨੂੰ ਕੰਟੀਨਿਊ ਕਰਨ ਦੇ ਲਈ ਫਰਮ ਦਾ ਪੁਨਰਗਠਨ ਕੀਤਾ ਜਾਏਗਾ। ਤਾਂ ਅਸੀਂ ਜਦੋਂ ਫਰਮ ਦਾ ਪੁਨਰਗਠਨ ਕਰਾਂਗੇ ਡੀਅਰ ਸਟੂਡੈਂਟਸ, ਤਾਂ ਉਸ ਨੂੰ ਅਸੀਂ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ ਦੇ ਨਾਂ ਨਾਲ ਜਾਣਾਂਗੇ। ਇਸ ਨੂੰ ਅਸੀਂ ਪੁਨਰਗਠਨ ਕਹਾਂਗੇ। ਪੁਨਰਗਠਨ ਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਕੇਸ ਹੁੰਦੇ ਨੇ ਕਿ ਫਰਮ ਦਾ ਪੁਨਰਗਠਨ ਕਿਹੜੇ ਕਿਹੜੇ ਹਾਲਾਤਾਂ ਵਿੱਚ ਹੁੰਦਾ ਹੈ। ਇੱਕ ਤਾਂ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਇਹਦੇ ਬੇਟਾ ਜੀ ਇਸ ਤੋਂ ਅੱਗੇ ਅਲੱਗ-ਅਲੱਗ ਚੈਪਟਰ ਨੇ, ਆਪਾਂ ਅਲੱਗ-ਅਲੱਗ ਚੈਪਟਰ ਕਰਾਂਗੇ। ਫਿਰ ਇੱਕ ਚੈਪਟਰ ਆ ਪੂਰਾ ਹੈ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਜਿਹੜਾ ਮੈਂ ਉੱਤੇ ਦੱਸਿਆ। ਜਦੋਂ ਪਾਰਟਨਰ ਆਪਸ ਵਿੱਚ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰ ਰਹੇ ਹਨ ਤੇ ਉਸ ਹਾਲਾਤਾਂ ਵਿੱਚ ਵੀ ਫਰਮ ਦਾ ਪੁਨਰਗਠਨ ਹੁੰਦਾ ਹੈ, ਰੀਕਨਸਟੀਟਿਊਸ਼ਨ ਆਫ ਫਰਮ ਹੁੰਦਾ ਹੈ। ਨੰਬਰ 2, ਐਡਮਿਸ਼ਨ ਆਫ ਏ ਨਿਊ ਪਾਰਟਨਰ। ਜਦੋਂ ਇੱਕ ਫਰਮ ਦੇ ਵਿੱਚ ਇੱਕ ਹੋਰ ਪਾਰਟਨਰ ਆ ਜੇ, ਐਡਮਿਸ਼ਨ ਆਫ ਨਿਊ ਪਾਰਟਨਰ, ਤਾਂ ਉਦੋਂ ਵੀ ਫਰਮ ਦਾ ਪੁਨਰਗਠਨ ਹੁੰਦਾ ਹੈ। ਨੰਬਰ 3, ਰਿਟਾਇਰਮੈਂਟ ਆਫ ਏ ਪਾਰਟਨਰ। ਰਿਟਾਇਰਮੈਂਟ
ऑफ ए पार्टनर। एक साढ़े कोल होर केस है डेथ ऑफ ए पार्टनर, डेथ ऑफ ए पार्टनर। इस केस विच भी फर्म का पुनर्गठन किया जाता है। तो इस तो बाद है अमलगामेटेड, अमलगामेशन ऑफ टू पार्टनरशिप फर्म, टू पार्टनरशिप। बेटा जी अमलगामेट का मतलब होता है दो फर्मां का इकट्ठे हो जाना, दो फर्मां का अमलगामेट हो जाना, इकट्ठे हो जाना, उन्होंने कहने आ अमलगामेशन ऑफ टू फर्म। इन्हां पंज हालातां दे विच की हुंदा है रीकनस्टिट्यूशन ऑफ पार्टनरशिप फर्म हुंदा है। ਜਿਹੜੇ ਬੱਚੇ ਹੁਣੇ ਹੁਣੇ ਜੁੜੇ ਨੇ मैं ਉਹਨਾਂ ਦੀ ਜਾਣਕਾਰੀ ਹਿੱਤ ਦੁਬਾਰਾ ਦੱਸ ਦੇਣਾ ਚਾਹੁੰਦਾ ਕਿ ਪਿਆਰੇ ਵਿਦਿਆਰਥੀਓ ਆਪਾਂ ਨੇ ਨਵਾਂ ਚੈਪਟਰ ਸ਼ੁਰੂ ਕੀਤਾ ਹੈ ਔਰ ਆਪਾਂ ਜਿਹੜਾ ਨਵਾਂ ਚੈਪਟਰ ਸ਼ੁਰੂ ਕੀਤਾ ਹੈ ਇਸ ਦਾ ਨਾਮ ਹੈ ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ। ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ ਦਾ ਮਤਲਬ ਹੈ ਪਿਆਰੇ ਵਿਦਿਆਰਥੀਓ ਫਰਮ ਦਾ ਪੁਨਰਗਠਨ। ਤਾਂ ਫਰਮ ਦਾ ਪੁਨਰਗਠਨ ਡੀਅਰ ਸਟੂਡੈਂਟਸ ਕਿਵੇਂ ਹੁੰਦਾ ਹੈ, ਉਹ ਸਾਡੇ ਕੋਲ ਅਲੱਗ-ਅਲੱਗ ਹਾਲਾਤ ਦਿੱਤੇ ਹੋਏ ਹਨ। ਉਹ ਕਿਹੜੇ ਹਾਲਾਤ ਹਨ? ਨੰਬਰ 1 ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਨੰਬਰ 2 ਐਡਮਿਸ਼ਨ ਆਫ ਨਿਊ ਪਾਰਟਨਰ, ਨੰਬਰ 3 ਰਿਟਾਇਰਮੈਂਟ ਆਫ ਏ ਪਾਰਟਨਰ, ਨੰਬਰ 4 ਡੈਥ ਆਫ ਏ ਪਾਰਟਨਰ ਐਂਡ ਨੰਬਰ 5 ਇਜ਼ ਅਮਲਗਾਮੇਸ਼ਨ ਆਫ ਟੂ ਪਾਰਟਨਰਸ਼ਿਪ ਫਰਮ। दो पार्टनरशिप फर्म का आपस में इकट्ठे हो जाना असी उसनों अमलगामेशन कहते हाँ। इन्हां हालातां दे विच फर्म का पुनर्गठन किया जाता है। असी इन्हां पंज केसां विचों पहला केस लांगे चेंज इन प्रॉफिट शेयरिंग रेशो। इनका एक पूरा चैप्टर है, एवं एडमिशन ऑफ न्यू पार्टनर का पूरा चैप्टर है, एवं रिटायरमेंट ऑफ पार्टनर, डेथ ऑफ पार्टनर के पूरे चैप्टर हैं। असी वन बाई वन इन्हां चैप्टर्स नूं करांगे। टूडे वी विल डिस्कस ए न्यू चैप्टर नेम्ड चेंज इन प्रॉफिट शेयरिंग रेशो। चेंज इन प्रॉफिट शेयरिंग रेशो। हुण चेंज इन प्रॉफिट शेयरिंग रेशो किवें हुंदी है? मन लो साडे कोल पहला 3 पार्टनर सन ए बी ते सी। मैं पहले भी एग्जाम्पल कोड कर चुकिया कि वो बराबर बराबर प्रॉफिट नूं वंड रहे सी, लेकिन वो कहते कि असी हुण नवें साल तो प्रॉफिट शेयरिंग रेशो चेंज करनी है तो वो रखनी है 2:1:2। जदों ये वाले पार्टनर प्रॉफिट शेयरिंग रेशो चेंज कर लेंदे ने तो इनू कहने आ चेंज इन प्रॉफिट शेयरिंग रेशो। बेटा जी चेंज करन लग्या किसी एक पार्टनर नू फायदा होएगा तो दूसरे पार्टनर नू नुकसान होएगा, राइट। ਜਦੋਂ ਬਰਾਬਰ ਬਰਾਬਰ ਵੰਡ ਰਹੇ ਸੀ ਉਦੋਂ ਕੁਝ ਹੋਰ ਸਥਿਤੀ ਸੀ। ਜਦੋਂ ਇਹਨਾਂ ਨੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਕਰ ਦਿੱਤੀ ਤਾਂ ਡੀਅਰ ਸਟੂਡੈਂਟਸ ਕੁਝ ਕੁ ਪਾਰਟਨਰਸ ਨੂੰ ਇਸ ਦਾ ਫਾਇਦਾ ਹੋਏਗਾ, ਕੁਝ ਕੁ ਪਾਰਟਨਰ ਨੂੰ ਇਸ ਦਾ ਨੁਕਸਾਨ ਹੋਏਗਾ। ਜਿਨ੍ਹਾਂ ਪਾਰਟਨਰਸ ਨੂੰ ਨੁਕਸਾਨ ਹੋਏਗਾ ਉਹਨਾਂ ਨੂੰ ਕਹਾਂਗੇ ਕਿ ਉਹ ਆਪਦਾ ਕੀ ਕਰ ਰਹੇ ਨੇ, ਸੈਕਰੀਫਾਈਸ। ਤਾਂ ਫਿਰ ਉਹਨੂੰ ਕਹਾਂਗੇ ਅਸੀਂ ਸੈਕਰੀਫਾਈਸਿੰਗ ਰੇਸ਼ੋ। ਜਿਨ੍ਹਾਂ ਨੂੰ ਫਾਇਦਾ ਹੋਏਗਾ ਜਿੱਦਾਂ ਉਹਨਾਂ ਨੂੰ ਅਸੀਂ ਗੇਨ ਕਹਾਂਗੇ ਤੇ ਉਹਨਾਂ ਲਈ ਕਿਹੜੀ ਰੇਸ਼ੋ ਹੋਏਗੀ, ਗੇਨਿੰਗ ਰੇਸ਼ੋ। ਤਾਂ ਉਹਨਾਂ ਨੂੰ ਪਿਆਰੇ ਵਿਦਿਆਰਥੀਓ ਕੀ ਕਹਾਂਗੇ, ਗੇਨਿੰਗ ਰੇਸ਼ੋ। ਸੈਕਰੀਫਾਈਸਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ। ਤਾਂ ਡੀਅਰ ਸਟੂਡੈਂਟਸ फिर सैक्रीफाइस रेशो किंदे बराबर हुई? असी लिखांगे सैक्रीफाइस रेशो इज इक्वल टू ओल्ड रेशो या ओल्ड शेयर माइनस न्यू रेशो। हुण मैं इस नूं डिटेल विच समझाउण दी कोशिश करदा। सपोज इत्थे साडे कोल बराबर बराबर ने। बराबर बराबर का मतलब ये होया
कि सपोज साडे कोल कोई आपां एग्जाम्पल लेंदे आ, मन लो साडे कोल 300 रुपया सी। इस 300 रुपया नूं इन्हां ने तिन्नां ने आपस ਵਿੱਚ ਵੰਡਿਆ बराबर बराबर। 100 ਇਹਨੂੰ मिल गया, 100 ਇਹਨੂੰ मिल गया ਤੇ 100 ਹੀ ਇਹਨੂੰ मिल गया, राइट। ਹੁਣ ਅਸੀਂ ਇਸ 300 रुपए ਨੂੰ 2 1 3 ਤੇ 2 5, ਹੁਣ ਅਸੀਂ 300 रुपए ਨੂੰ 5 ਹਿੱਸਿਆਂ ਵਿੱਚ ਵੰਡਤਾ ਤੇ ਜਦੋਂ ਅਸੀਂ 5 ਹਿੱਸਿਆਂ ਵਿੱਚ ਵੰਡਿਆ ਤਾਂ ਹਰੇਕ ਹਿੱਸਾ ਹੋ ਗਿਆ 60 ਰੁਪਈਆ ਦਾ। ਇਸ ਬੰਦੇ ਨੂੰ 2 ਹਿੱਸੇ ਮਿਲੇ ਤੇ ਇਹਨੂੰ ਕਿੰਨਾ ਮਿਲਿਆ 120 ਰੁਪਈਏ, ਇਹਨੂੰ ਕਿੰਨੇ ਮਿਲੇ 60 ਰੁਪਈਏ, ਇਹਨੂੰ ਕਿੰਨੇ ਮਿਲੇ 120 ਰੁਪਈਏ। ਹੁਣ ਵੇਖੋ ਏ ਨੂੰ ਪਹਿਲਾਂ ਕਿੰਨੇ ਮਿਲਦੇ ਪਏ ਸੀ 100 ਰੁਪਇਆ, ਨਵੀਂ ਰੇਸ਼ੋ ਵਿੱਚ ਏ ਨੂੰ ਕਿੰਨਾ ਮਿਲਿਆ 120 ਰੁਪਇਆ। ਇਟ ਮੀਨਸ ਏ ਨੂੰ ਫਾਇਦਾ ਹੋ ਗਿਆ 20 ਰੁਪਇਆ ਦਾ ਤੇ ਏ ਦੀ ਕੀ ਹੋ ਗਈ ਗੇਨਿੰਗ ਰੇਸ਼ੋ। ਏ ਕੀ ਕਰ ਗਿਆ ਗੇਨ, ਤਾਂ ਅਸੀਂ ਇਹਨੂੰ ਕੀ ਲਿਖਾਂਗੇ ਗੇਨਿੰਗ ਰੇਸ਼ੋ। ਗੇਨਿੰਗ ਰੇਸ਼ੋ ਫਿਰ ਉਲਟ ਹੁੰਦੀ ਹੈ ਕਿ ਨਿਊ ਰੇਸ਼ੋ ਮਾਈਨਸ ओल्ड रेशो। इत्थे हुण कौन कर गया गेन, ए कितना गेन कर गया तो लिखांगे एज गेन इज इक्वल टू ए नूं नवें 120 रुपये मिले, पुराने किन्ने मिलते पे सी 100, तो कितना गेन कर गया 20 रुपया का। ये है गेनिंग रेशो। यानी कि एग्जिस्टिंग पार्टनर नूं प्रॉफिट शेयरिंग रेशो चेंज करन नाल जिन्ना फायदा हो जाए उसका गेनिंग हो गया, गेन हो गया, गेनिंग रेशो होगी। जिन्ना उसनूं नुकसान हो गया वो आदा सैक्रीफाइस कर रहा है, किसी लई आपदा हिस्सा छड्ड रहा है। हुण ध्यान दिओ, हुण बी है जिहड़ा बी नूं पहलां 100 रुपया मिलता पिया सी, हुण किन्ने मिलने ने नवीं रेशो के हिसाब नाल 60 रुपया। इहदा मतलब ओल्ड किन्ना सी हुंदा 100, नवां किन्ना है 60, ते वो बंदा सैक्रीफाइस कर गया किन्ना 40 रुपया दा, ठीक है 40 रुपये का सैक्रीफाइस कर गया। हुण सी नूं पहलां किन्ना मिलता पिया सी 100, हुण किन्ना मिलिया 120। इट मीनस ये गेन कर गया सी दा गेन 120 - 100 इज इक्वल टू 20। हुण एक गल होर ध्यान देने वाली है, ए ने गेन किया किन्ने दा 20 दा, बी ने गेन किया 20 दा। इन्हां दोवां नूं जिहड़ा 40 रुपये का फायदा होया है वो लॉस किंदा होया है, शाबाश, किंदा सैक्रीफाइस होया है 40 रुपये का। दसो इत्थे सी है नॉट बी, बी दा, बी ने सैक्रीफाइस किया है किन्ने रुपया का 40 रुपया का। हुण समझण वाली गल ये है कि जदों एग्जिस्टिंग पार्टनर यानी कि पहले वाले पार्टनर, नवा पार्टनर नहीं आया, पहले ही चलते पे तिन्ने ए बी ते सी, तिन्ने पहला बराबर बराबर वंडते पे सी ते 300 नूं वंडिया तो 100 आया। तो जदों उन्होंने नवी प्रॉफिट शेयरिंग रेशो कर ली तो प्यारे विद्यार्थियों ए नूं 100 के बदले 120 मिल गया, वो गेन कर गया। बी नूं 100 के बदले 60 मिले तो वह सैक्रीफाइस कर गया। जिन्ना उन्हें आधा हिस्सा छड्डिया दैट इज हिज और हर सैक्रीफाइस। एवें सी नूं पहला 100 मिलता पिया सी, सी नूं हुण किन्ना मिल रहा है 120, तो सी भी गेन कर गया। जिन्ना कोई गेन करेगा उनके बराबर ही कोई ना कोई बंदा क्विट भी करेगा, तो जिहड़ा इहदा हिस्सा क्विट कर जे दैट इज सैक्रीफाइस। सैक्रीफाइस किंदा हो गया बी दा, गेन किन्नू हो गया ए ते सी नूं, ते बी नूं की हो गया सैक्रीफाइस दैट इज 40 रुपीज़। ये है साडे कोल सैक्रीफाइस रेशो ते गेनिंग रेशो। हुण असी इस लैक्चर विचों हुण तक नवीं चीज़ की निकाली, एक तां असी ये सिक्ख्या कि सैक्रीफाइसिंग रेशो की हुंदी है। तुसी नोटबुक ते नोट कर लो, सैक्रीफाइस रेशो हुंदी है स्टूडेंट्स, दसोगे मैनू सैक्रीफाइस रेशो की हुंदी है ओल्ड शेयर या ओल्ड रेशो माइनस न्यू शेयर या न्यू रेशो। एवें गेनिंग रेशो किन्ने बराबर हुंदी है उल्ट न्यू शेयर माइनस ओल्ड शेयर। आई एम होपफुल कि तुहानू ये समझ आ रही है और तुसी नोटबुक ते लिख रहे हो। बड़ा आसान है, इसनूं ध्यान नाल समझना है। ये सी साडे कोल सैक्रीफाइस ते गेनिंग रेशो। मैं हुण एक क्वेश्चन लैंदा तुहानू समझादा। साडे कोल 2 पार्टनर ने ए एंड बी, ठीक है जी। उन्हां दी प्रॉफिट शेयरिंग रेशो है 2:1,
ਰਾਈਟ। ਉਹ ਨਵੇਂ ਸਾਲ ਤੋਂ ਇਹ ਡਿਸਾਈਡ ਕਰਦੇ ਨੇ ਕਿ ਅਸੀਂ ਨਵੇਂ ਸਾਲ ਤੋਂ ਸ਼ੇਅਰ ਨੂੰ ਬਰਾਬਰ ਬਰਾਬਰ ਕਰ ਦੇਣਾ, ਇਕੁਅਲੀ ਕਰਨਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਏ ਤੇ ਬੀ ਦੀ ਓਲਡ ਰੇਸ਼ੋ ਕਿੰਨੀ ਹੈ। ਓਲਡ ਰੇਸ਼ੋ ਇਹ ਜਿਹੜਾ ਉਹ ਪਹਿਲਾਂ ਪੈਸੇ ਵੰਡ ਰਹੇ ਸੀ। ਨਿਊ ਰੇਸ਼ੋ ਕਿੰਨੀ ਹੈ, ਉਹ ਕਹਿੰਦੇ ਅਸੀਂ ਨਵੇਂ ਸਾਲ ਤੋਂ ਬਰਾਬਰ ਬਰਾਬਰ ਵੰਡਾਂਗੇ। ਇਹਦਾ ਮਤਲਬ ਬਰਾਬਰ ਦਾ ਮਤਲਬ 1:1, ਦੋਵੇਂ ਘਰ ਬਰਾਬਰ ਬਰਾਬਰ ਪੈਸੇ ਵੰਡਣਗੇ। ਇਟ ਮੀਨਸ 1:1। ਹੁਣ ਸਾਨੂੰ ਕਹਿੰਦਾ ਹੈ ਕਿ ਕੈਲਕੂਲੇਟ ਕਰੋ ਸੈਕਰੀਫਾਈਸ ਰੇਸ਼ੋ। ਸੈਕਰੀਫਾਈਸ ਜਾਂ ਗੇਨ, ਕਹਿੰਦਾ ਦੱਸੋ ਕਿੰਨੇ ਸੈਕਰੀਫਾਈਸ ਕੀਤਾ ਤੇ ਕਿੰਨੇ ਗੇਨ ਕੀਤਾ। ਕਹਿੰਦਾ ਇਸ ਚੀਜ਼ ਦਾ ਪਤਾ ਕਰੋ। ਰਾਈਟ। ਪਤਾ ਕਰਨ ਦੇ ਲਈ ਅਸੀਂ ਏ ਨੂੰ ਲਾਂਗੇ। ਪਹਿਲਾਂ ਏ ਦਾ ਲਿਖਾਂਗੇ ਓਲਡ ਸ਼ੇਅਰ ਮਾਈਨਸ ਨਿਊ ਸ਼ੇਅਰ। ਠੀਕ ਹੈ ਜੀ। ਹੁਣ ਇਹਦਾ ਓਲਡ ਕਿੰਨਾ ਹੈ, ਆਹ ਵਾਲਾ 2 ਤੇ 1 3, ਇਹਨੂੰ ਲਿਖਾਂਗੇ 2/3। ਨਵਾਂ ਕਿੰਨਾ ਹੋ ਗਿਆ 1/2। ਐਲਸੀਐਮ ਲਵਾਂਗੇ ਕਿੰਨਾ ਆ ਗਿਆ 6। ਇਹਨੇ ਨਾਲ 2 ਨਾਲ ਕਰਾਂਗੇ ਕਿੰਨਾ ਆ ਗਿਆ 4 -3 1/6। ਜੇ ਆਨਸਰ ਪੋਜ਼ਿਟਿਵ ਆਏ ਤਾਂ ਉਹ ਕੀ ਕਰ ਰਿਹਾ ਹੁੰਦਾ ਹੈ, ਸੈਕਰੀਫਾਈਸ। ਜੇ ਆਨਸਰ ਨੈਗੇਟਿਵ ਆ ਜਾਏ ਤਾਂ ਉਹ ਕਰ ਰਿਹਾ ਹੁੰਦਾ ਹੈ ਗੇਨ। ਇਹ ਆ ਗਿਆ ਜੀ ਸੈਕਰੀਫਾਈਸ। ਬੀ ਦਾ ਕੀ ਸਟੇਟਸ ਹੈ, ਪਹਿਲਾਂ ਸੀਗਾ ਓਲਡ ਸ਼ੇਅਰ ਮਾਈਨਸ ਨਿਊ ਸ਼ੇਅਰ। ਹੁਣ ਬੇਟਾ ਜੀ ਇਹਦਾ ਓਲਡ ਕਿੰਨਾ ਹੈ ਬੀ ਦਾ 1/3 ਮਾਈਨਸ 1/2। ਅਗੇਨ ਐਲਸੀਐਮ ਲਾਂਗੇ 6। ਇਹ ਕਿੰਨਾ ਬਣ ਜਾਏਗਾ 2। ਇਹ ਕਿੰਨਾ ਆ ਜਾਏਗਾ 3। ਹੁਣ ਆ ਮਾਈਨਸ ਦਾ ਵੱਡਾ ਹੈ ਤੇ ਇਹ ਆ ਗਿਆ 1/6। ਜੇ ਮਾਈਨਸ ਵਿੱਚ ਆਨਸਰ ਆਏ ਤਾਂ ਹਮੇਸ਼ਾ ਕੀ ਹੁੰਦਾ ਹੈ ਗੇਨ। ਹੁਣ ਵੇਖੋ ਜਿੰਨਾ ਬੰਦੇ ਨੇ ਹਿੱਸਾ ਛੱਡਿਆ, ਇਹ ਨੇ ਆਦਾ 1/6 ਛੱਡਤਾ, ਉਹਦਾ ਹੀ ਫਾਇਦਾ ਹੋ ਗਿਆ ਬੀ ਨੂੰ 1/6। ਹਮੇਸ਼ਾ ਅਸੀਂ ਫਾਰਮੂਲਾ ਆ ਹੀ ਲਿਖਿਆ ਕਰਾਂਗੇ ਓਲਡ ਸ਼ੇਅਰ ਮਾਈਨਸ ਨਿਊ ਸ਼ੇਅਰ। ਜੇ ਆਨਸਰ ਪੋਜ਼ਿਟਿਵ ਆਇਆ ਕਰੇਗਾ ਤਾਂ ਸੈਕਰੀਫਾਈਸ ਹੋਇਆ ਕਰੇਗਾ। ਜੇ ਆਨਸਰ ਨੈਗੇਟਿਵ ਵਿੱਚ ਆਇਆ ਕਰੇਗਾ, ਇੱਥੇ ਵੇਖੋ -1/6 ਹੈ ਨਾ, ਤਾਂ ਸਾਡੇ ਕੋਲ ਕੀ ਹੋਇਆ ਕਰੇਗਾ ਗੇਨ ਹੋਇਆ ਕਰੇਗਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸੈਕਰੀਫਾਈਸ ਰੇਸ਼ੋ ਤੇ ਗੇਨਿੰਗ ਰੇਸ਼ੋ ਚੰਗੀ ਤਰ੍ਹਾਂ ਨਾਲ ਸਮਝ ਆ ਗਈ ਹੋਣੀ ਹੈ। ਆਪ ਜੀ ਨੇ ਇਸ ਨੂੰ ਨੋਟਬੁੱਕ 'ਤੇ ਕਰਨਾ ਹੈ। ਕੱਲ੍ਹ ਆਪਾਂ ਇਹਦਾ 1-2 ਕੁਐਸਚਨ ਹੋਰ ਕਰਾਂਗੇ। ਫਿਰ ਇਹਦੇ ਵਿੱਚ ਇੱਕ ਨਵਾਂ ਟੌਪਿਕ ਹੈ, ਇਹਦੇ ਵਿੱਚ ਹੀ ਹੈ ਦੈਟ ਟੌਪਿਕ ਇਜ਼ ਕਾਲਡ ਗੁੱਡਵਿਲ। ਗੁੱਡਵਿਲ ਨੂੰ ਅਸੀਂ ਹਿੰਦੀ ਵਿੱਚ ਖਿਆਤੀ ਦੇ ਨਾਮ ਨਾਲ ਜਾਣਦੇ ਹਾਂ। ਗੁੱਡਵਿਲ ਕਿਸੇ ਬਿਜ਼ਨਸ ਦੀ ਰੈਪੂਟੇਸ਼ਨ ਨੂੰ ਗੁੱਡਵਿਲ ਕਿਹਾ ਜਾਂਦਾ ਹੈ ਔਰ ਪੰਜਾਬੀ ਦੇ ਵਿੱਚ ਇਸ ਨੂੰ ਸ਼ਾਖ ਕਿਹਾ ਜਾਂਦਾ ਹੈ। ਸ਼ਾਖ। ਅਸੀਂ ਕੱਲ੍ਹ ਇਹ ਵਾਲਾ ਟੌਪਿਕ ਕਰਾਂਗੇ ਗੁੱਡਵਿਲ ਕੀ ਹੁੰਦੀ ਹੈ, ਸ਼ਾਖ ਕੀ ਹੁੰਦੀ ਹੈ। ਉਹਦੇ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੀ ਬੁੱਕ ਹੈ ਉਹਦੇ ਵਿੱਚੋਂ ਤੁਸੀਂ ਸੈਕਰੀਫਾਈਸ ਤੇ ਗੇਨਿੰਗ ਰੇਸ਼ੋ ਨੂੰ ਚੰਗੀ ਤਰ੍ਹਾਂ ਨਾਲ ਵੇਖ ਲੈਣਾ ਹੈ। ਮੈਂ ਉਮੀਦ ਕਰਦਾ ਕਿ ਅੱਜ ਵਾਲਾ ਟੌਪਿਕ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ ਹੈ। ਜਿਨ੍ਹਾਂ ਨੇ ਮੇਰਾ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਨਵੇਂ ਟੌਪਿਕ ਮਿਲਦੇ ਰਹਿਣ। ਤੁਹਾਡਾ ਸਾਰਿਆਂ ਦਾ ਧੰਨਵਾਦ। ਜੈ ਹਿੰਦ।